Good morning, students. Student, ਆਪਾਂ ਅੱਜ ਟੌਪਿਕ ਕਰਾਂਗੇ ਨੰਬਰ 4 the power of the state. One of the topic most vigorously debated in the Constitutional Assembly was the respective rights of central government and the state. ਇੱਕ ਟੌਪਿਕ ਜਿਹਦੇ ਉੱਪਰ ਕਾਫੀ ਡਿਬੇਟ ਹੋਈ ਸੀ ਕਨਸਟੀਟਿਊਸ਼ਨ ਅਸੈਂਬਲੀ ਦੇ ਵਿੱਚ, ਜਿਹਦੇ ਵਿੱਚ ਇਹ ਮੰਗ ਕੀਤੀ ਗਈ ਕਿ ਸੈਂਟਰਲ ਗਵਰਨਮੈਂਟ ਨੂੰ ਪਾਵਰ ਜ਼ਿਆਦਾ ਚਾਹੀਦੀ ਹੈ ਕਿ ਸਟੇਟ ਗਵਰਨਮੈਂਟ ਨੂੰ ਪਾਵਰ ਜ਼ਿਆਦਾ ਹੋਣੀ ਚਾਹੀਦੀ ਆ। ਅਮੰਗ ਦੋਸ ਐਗਰੀਇੰਗ ਫਰੋਮ ਅ ਸਟਰੋਂਗ ਸੈਂਟਰ ਵਾਸ ਜਵਾਹਰ ਲਾਲ ਨਹਿਰੂ, ਔਰ ਉਹਦੇ ਵਿੱਚੋਂ ਹੀ ਇੱਕ ਸੀਗੇ ਜਵਾਹਰ ਲਾਲ ਨਹਿਰੂ ਜੋ ਕਿ ਕਹਿੰਦੇ ਸੀ ਕਿ ਸੈਂਟਰਲ ਗਵਰਨਮੈਂਟ ਜ਼ਿਆਦਾ ਪਾਵਰਫੁਲ ਹੋਣੀ ਚਾਹੀਦੀ ਹੈ। ਐਜ਼ ਹੀ ਪੁੱਟ it in a later the president of the Constitutional Assembly. Now that partition is settled fact, it would be injurious to interest of the country provide for a weak central authority which would be incapable in ensuring peace of coordinating vital matter to of common concern, the speaking effectively for the whole country in the international sphere. ਜਵਾਹਰ ਲਾਲ ਨਹਿਰੂ ਦੇ ਅਨੁਸਾਰ ਜਿਹੜਾ ਸੈਂਟਰ ਜਿਹੜਾ ਸਟਰੋਂਗ ਹੋਣਾ ਚਾਹੀਦਾ ਆ, ਜੋ ਕਿ ਇੱਕ ਪ੍ਰੈਜ਼ੀਡੈਂਟ ਸੀਗੇ ਕੌਂਸਟੀਟਿਊਸ਼ਨ ਅਸੈਂਬਲੀ ਦੇ, ਉਹਨਾਂ ਨੇ ਕਿਹਾ ਕਿ ਪਾਰਟੀਸ਼ਨ ਹੋਣ ਦਾ ਕਾਰਨ ਵੀ ਇੱਕ ਸੈਂਟਰ ਜਿਹੜੇ ਸੀ ਕਮਜ਼ੋਰ ਹੋਣਾ ਹੀ ਆ। ਜੇ ਸੈਂਟਰ ਪਾਵਰਫੁਲ ਹੁੰਦਾ, ਸਟਰੋਂਗ ਹੁੰਦਾ, ਅਤੇ ਜਿਹੜਾ ਪਾਰਟੀਸ਼ਨ ਸੀਗੀ, ਜਿਹੜੀ ਪਾਰਟੀਸ਼ਨ ਉਹ ਰੋਕ ਸਕਦੀ ਸੀਗੀ। ਪੀਸਫੁਲ ਜਿਹੜਾ ਇੰਡੀਆ ਮਤਲਬ ਕੰਟਰੀ ਤਾਂ ਹੀ ਰਹਿ ਸਕਦੀ ਆ ਜੇ ਅਗਰ ਸੈਂਟਰ ਪਾਵਰਫੁਲ ਹੋਵੇ। ਤੇ The draft constitution provide for 3 lists of subject: union, state and concurrent. The subject in the first list were to be preserve central government, while those the second list were visit with the state. As for the third list, here center and state share responsibility. ਡਰਾਫਟ ਕਨਸਟੀਟਿਊਸ਼ਨ ਨੇ 3 ਲਿਸਟਾਂ ਨੂੰ ਪ੍ਰੋਵਾਈਡ ਕੀਤਾ, 3 ਲਿਸਟਾਂ ਬਣਾਈਆਂ ਜਿਹਦੇ ਵਿੱਚ ਯੂਨੀਅਨ, ਸਟੇਟ ਤੇ ਕੰਸਰਨ ਸੀਗੇ। ਫਸਟ ਲਿਸਟ ਦੇ ਵਿੱਚ ਸੈਂਟਰਲ ਗਵਰਨਮੈਂਟ ਦੀ ਜਿਹੜੀ ਪਾਵਰ ਸੀਗੀ ਉਹਨੂੰ ਜ਼ਿਕਰ ਕੀਤਾ ਗਿਆ। ਸੈਕੰਡ ਲਿਸਟ ਦੇ ਵਿੱਚ ਸਟੇਟ ਦੀਆਂ, ਥਰਡ ਲਿਸਟ ਦੇ ਵਿੱਚ ਸੈਂਟਰ ਔਰ ਸਟੇਟ ਦੀਆਂ ਦੋਵਾਂ ਦੀਆਂ ਜਿਹੜੀਆਂ ਪਾਵਰਾਂ ਸੀਗੀਆਂ ਬਣਾ ਦਿੱਤੀਆਂ ਗਈਆਂ, ਦੋਵਾਂ ਨੂੰ ਜ਼ਿੰਮੇਵਾਰ ਬਣਾ ਦਿੱਤਾ ਗਿਆ। However, many more items were placed under exclusive union control than in other federation, and more placed. ਇਹਦੇ 'ਤੇ ਇਹੀ ਦੱਸਿਆ ਕਿ ਮੈਨੀ ਮੋਰ ਆਈਟਮ ਪਲੇਸ ਇਨਕਲੂਸਿਵ ਯੂਨੀਅਨ ਕੰਟਰੋਲ ਜਿਹੜਾ ਸੀਗਾ ਫੈਡਰੇਸ਼ਨ ਨੂੰ ਦੇ ਦਿੱਤਾ ਗਿਆ। On the concerned list too, then desired by the provision, the union also had control to mineral and key industries. Beside Article 356 give the center the power of to take over the state administration on the recommendation of the governor. ਗਵਰਨਰ ਦੀ ਕਹਿਣ 'ਤੇ ਇੱਕ ਆਰਟੀਕਲ ਬਣਾਇਆ ਗਿਆ 356, ਜਿਹਦੇ ਵਿੱਚ ਕੀ ਸੀਗੀ ਕਿ ਸਟੇਟ ਦੀਆਂ ਅਗਰ ਸਟੇਟ ਆਪਣੀ ਪਾਵਰ ਨਹੀਂ ਯੂਜ਼ ਕਰ ਸਕਦਾ ਜਾਂ ਸਟੇਟ ਕਿਸੇ ਕਾਰਨ ਕਮਜ਼ੋਰ ਪੈ ਜਾਂਦਾ ਹੈ ਅਤੇ ਉਹਦੀ ਜਿਹੜੀ ਪਾਵਰਸ ਆ ਉਹ ਸੈਂਟਰ ਗਵਰਨਮੈਂਟ ਯੂਜ਼ ਕਰ ਸਕਦੀ ਹੈ। ਆਰਟੀਕਲ 356 ਦੇ ਵਿੱਚ ਦਿੱਤਾ ਹੋਇਆ ਹੈ। The constitution also mandated to complex system in financial federalisms. In the case some taxes, for instance custom duties and company taxes, the center retained all the proceeds. In other cases such as income tax in the excise duties, it shared them with the state. Constitution ਨੇ ਕੁਝ ਟੈਕਸ ਸੀਗੇ ਜਿਵੇਂ ਕਿ ਕਸਟਮ ਡਿਊਟੀਜ਼, ਕੰਪਨੀ ਟੈਕਸ, ਇਹ ਜਿਹੜਾ ਅਧਿਕਾਰ ਸੀਗਾ ਸੈਂਟਰ ਨੂੰ ਦੇ ਦਿੱਤਾ। ਇਨਕਮ ਟੈਕਸ ਤੇ ਔਰ ਐਕਸਾਈਜ਼ ਡਿਊਟੀ ਦਾ ਜਿਹੜਾ ਅਧਿਕਾਰ ਸੀਗਾ ਸਟੇਟ ਨੂੰ ਦੇ ਦਿੱਤਾ। It assigned only the state meanwhile could levy and collect certain tax on their own. He include land, property tax, sale tax and profitable tax in the bottle liquor. Bottle liquor ਸ਼ਰਾਬ ਦਾ ਜਿਹੜਾ ਟੈਕਸ ਸੀਗਾ, ਸੇਲ ਟੈਕਸ ਸੀਗਾ, ਇਹ ਸਾਰੇ ਇਨਕਲੂਡ ਕਰਕੇ ਸਟੇਟ ਨੂੰ ਦੇ ਦਿੱਤੇ ਗਏ। ਪ੍ਰੋਪਰਟੀ ਟੈਕਸ ਵੀ ਜਿਹੜਾ ਆ ਸਟੇਟ ਗਵਰਨਮੈਂਟ ਕੋਲ ਹੀ ਅਧਿਕਾਰ ਆ ਇਕੱਠਾ ਕਰਨ ਦਾ। 1 The center is likely to break, ਸੈਂਟਰ ਤੇ ਬ੍ਰੇਕ ਲਗਾਉਣੀ।
ਸੈਂਟਰ ਦੀ ਪਾਵਰ ਨੂੰ ਘੱਟ ਕਰਨਾ। ਦ ਰਾਈਟਸ ਆਫ ਦ ਸਟੇਟ ਵੇਅਰ ਮੋਸਟ ਲੈਕੁਇਟਲੀ ਡਿਪੈਂਡਡ ਬਾਈ ਕੇ ਸਤਨਾਮ ਫॉर ਮਦਰਾਸ। ਕੇ ਸਤਨਾਮ ਜਿਹੜੇ ਮਦਰਾਸ ਦੇ ਸੀਗੇ, ਇਹਨਾਂ ਦੇ ਅਨੁਸਾਰ ਸਟੇਟ ਕੋਲ ਪਾਵਰ ਜ਼ਿਆਦਾ ਹੋਣੀ ਚਾਹੀਦੀ ਆ, ਜਦ ਸਟੇਟ ਵੀ ਪਾਵਰਫੁਲ ਹੋਣਾ ਚਾਹੀਦਾ ਹੈ। ਦ ਰੀਅਲੇਸ਼ਨ ਦ ਪਾਵਰ ਵਾਸ ਦ ਨੈਸਸਰੀ ਦ ਫੀਲਡ ਸਟਰੈਂਥ not only the state but also the center. This is utmost obligation adding all kind of power the center we make it strong. This was ਸਨਾਤਮ ਦੇ ਅਨੁਸਾਰ ਜਿਹੜਾ ਸੀਗਾ ਸੈਂਟਰ ਤਾਂ ਹੀ ਪਾਵਰਫੁਲ ਹੋ ਸਕਦਾ ਹੈ ਅਗਰ ਸਟੇਟ ਵੀ ਪਾਵਰਫੁਲ ਹੋਵੇ, ਸਟੇਟ ਵੀ ਵਧੀਆ ਤਰੀਕੇ ਨਾਲ ਕੰਮ ਕਰੂਗੀ ਅਤੇ ਤਾਂ ਹੀ ਸੈਂਟਰ ਜਿਹੜਾ ਵਧੀਆ ਹੋ ਸਕਦਾ ਹੈ। ਇਸ ਕਰਕੇ ਚਾਹੁੰਦੇ ਸੀਗੇ ਕਿ ਜਿੰਨਾ ਅਧਿਕਾਰ ਸੈਂਟਰ ਕੋਲ ਹੋਣਾ ਚਾਹੀਦਾ ਆ ਉਹਨਾਂ ਸਟੇਟ ਕੋਲ ਹੋਣਾ ਚਾਹੀਦਾ ਹੈ, ਮਤਲਬ ਬਰਾਬਰ ਜਿਹਾ ਅਧਿਕਾਰ ਹੋਣਾ ਚਾਹੀਦਾ ਹੈ। ਅਗਰ ਸਟੇਟ ਪਾਵਰਫੁਲ ਆ ਤਾਂ ਸੈਂਟਰ ਵੀ ਪਾਵਰਫੁਲ ਹੋ ਜਾਊਗਾ ਔਰ ਸਟੇਟ ਵਧੀਆ ਤਰੀਕੇ ਨਾਲ ਕੰਮ ਕਰੂਗੀ ਅਤੇ ਸੈਂਟਰ ਜਿਹੜਾ ਹੈ ਰਿਸਪੋਂਸੀਬਿਲਿਟੀ ਹੋਊਗੀ ਕਿ ਉਹ ਵੀ ਵਧੀਆ ਤਰੀਕੇ ਨਾਲ ਕੰਮ ਕਰੇ। As for the state, Santaram felt that the prospect allocation of power would cripples them. The financial provision would impose provision since most taxes, export, land revenue had been made reserve of the center. Without financing, who could not the state undertake any project of development? I do not want to constitution in this which unit has come the center and say, I cannot educate my people. I cannot give solutions, give individuals improvement of road of the industries. Let the rather wipe out the federal system. Let us have unitary system. Sanathan predicted dark future in the prosperous distribution power was adopted without the future secondary in a few years. He said all the provision would rise in revolt against the center. ਸਤਨਾਮ ਦੇ ਕਹਿਣ ਦੇ ਅਨੁਸਾਰ ਜਿਹੜਾ ਸਟੇਟ ਆ ਜਦੋਂ ਆਪਣੀ ਡਿਵੈਲਪਮੈਂਟ ਕਰਨੀ ਹੈ, ਕੋਈ ਵੀ ਰੋਡ ਬਣਾਉਣਾ ਆ ਤਾਂ ਉਹਨੂੰ ਕਿ ਸੈਂਟਰ ਦੇ ਅੱਗੇ ਹੱਥ ਨਹੀਂ ਫੈਲਾਉਣਾ ਚਾਹੀਦਾ। ਕਹਿੰਦੇ ਕਿ ਇੰਨਾ ਕੁ ਸਟਰੋਂਗ ਹੋਣਾ ਚਾਹੀਦਾ ਹੈ ਸਟੇਟ ਕਿ ਉਹ ਆਪਣੀ ਡਿਵੈਲਪਮੈਂਟ ਕਰ ਸਕੇ, ਜਿਹੜੇ ਕੁਝ ਟੈਕਸਿਸ ਆਉਂਦੇ ਆ ਉਹਨਾਂ ਨਾਲ ਆਪਣੀ ਡਿਵੈਲਪਮੈਂਟ ਕਰਵਾ ਸਕੇ। ਰੋਡ ਬਣਾਉਣਾ ਆ ਜਾਂ ਕਿਸੇ ਸਕੂਲ ਦੇ ਵਿੱਚ ਐਜੂਕੇਸ਼ਨ ਦੇਣੀ ਹੈ, ਐਜੂਕੇਟਡ ਕਰਨਾ ਆਪਣੇ ਪੀਪਲ ਨੂੰ, ਤਾਂ ਉਹਨੂੰ ਸੈਂਟਰ ਕੋਲ ਆਉਣ ਦੀ ਲੋੜ ਨਾ ਪਵੇ। ਸਟੇਟ ਜਿਹੜੀ ਆ ਖੁਦ ਇੰਨਾ ਕੁ ਕਾਬਿਲ ਹੋਵੇ ਕਿ ਆਪਣਾ ਡਿਵੈਲਪਮੈਂਟ ਕਰਵਾ ਸਕੇ। ਔਰ ਅਗਰ ਕਹਿੰਦੇ ਕਿ ਜੇ ਪ੍ਰੋਵੀਜ਼ਨਸ ਕਮਜ਼ੋਰ ਆ ਤੇ ਪ੍ਰੋਵੀਜ਼ਨ ਨੂੰ ਕੁਝ ਅਧਿਕਾਰ ਨਹੀਂ ਮਿਲਦੇ ਤਾਂ ਉਹ ਕੱਲ੍ਹ ਨੂੰ ਰਿਵੋਲਟ ਵੀ ਕਰ ਸਕਦੀ ਆ ਅਗੇਂਸਟ ਟੂ ਸੈਂਟਰ। ਮੈਨੀ ਅਦਰ ਫਰੋਮ ਦ ਪ੍ਰੋਵੀਜ਼ਨ ਐਵਰ ਸੇਮ ਫੀਅਰਸ ਇਫ ਆਊਟ ਹਾਰਟ ਫੀਵਰ ਆਈਟਮ ਟੂ ਬੀ put on the concerned union lists. A member of Odisha warned that the center likely break since power had been centralized under the constitution. ਠੀਕ ਹੈ ਜੀ, ਕੁਝ ਕਹਿੰਦੇ ਆ ਕਿ ਜਿਹੜੀ ਸੈਂਟਰ ਜ਼ਿਆਦਾ ਪਾਵਰਫੁਲ ਨਹੀਂ ਹੋਣੀ ਚਾਹੀਦੀ ਔਰ ਜਿਹੜੀ ਇਹਨਾਂ ਦੀ ਪਾਵਰ ਆ ਜ਼ਿਆਦਾ ਸੈਂਟਰਲਾਈਜ਼ ਨਾ ਹੋਵੇ, ਸੈਂਟਰ ਕੋਲੋਂ ਜ਼ਿਆਦਾ ਨਾ ਹੋਵੇ। ਨੈਕਸਟ ਆ 4.2 ਵਾਟ ਵੀ ਵਾਂਟ ਟੂਡੇ ਇਜ਼ ਏ ਸਟਰੋਂਗ ਗਵਰਨਮੈਂਟ। ਕੀ ਸਾਨੂੰ ਸਟਰੋਂਗ ਗਵਰਨਮੈਂਟ ਨਹੀਂ ਬਣਾਉਣੀ ਚਾਹੀਦੀ? ਅੱਜ ਸਾਨੂੰ ਕੀ ਆ, ਇੱਕ ਸਟਰੋਂਗ ਗਵਰਨਮੈਂਟ ਦੀ ਜ਼ਰੂਰਤ ਆ। ਦ ਆਰਗੂਮੈਂਟ ਆਫ ਦ ਗ੍ਰੇਟਡ ਪਾਵਰ ਆਫ ਦ provisions provoked strong reaction in the assembly. The need for a strong center had been underlined numerous occasions since the Constitutional Assembly had begun its session. Ambedkar had declared that he wanted to strong a unit center. ਜਦੋਂ ਸਾਰੇ ਪਾਵਰ ਦੀ ਗੱਲ ਚੱਲ ਰਹੀ ਸੀ ਕਿ ਪ੍ਰੋਵੀਜ਼ਨ ਕੋਲ ਹੋਵੇ ਜਾਂ ਸੈਂਟਰ ਸਟਰੋਂਗ ਹੋਣਾ ਚਾਹੀਦਾ ਹੈ, ਉਸ ਅਸੈਂਬਲੀ ਦੇ ਵਿੱਚ ਅੰਬੇਦਕਰ ਨੇ ਡਿਕਲੇਅਰ ਕੀਤਾ, ਐਲਾਨ ਕੀਤਾ ਕਿ ਸਾਨੂੰ ਇੱਕ ਸਟਰੋਂਗ ਔਰ ਯੂਨਿਟੀ ਸੈਂਟਰ ਦੀ ਲੋੜ ਆ। ਅੱਜ ਸਾਨੂੰ ਸਰਕਾਰ ਇੱਕ ਵਧੀਆ ਸਟਰੋਂਗ ਸਰਕਾਰਾਂ ਦੀ ਜ਼ਰੂਰਤ ਆ। ਮਚ ਸਟਰੋਂਗਰ ਦੈਨ ਸੈਂਟਰ ਵੀ ਹੈਡ ਸੈਂਟਰ ਅੰਡਰ ਦ ਗਵਰਨਮੈਂਟ ਆਫ ਇੰਡੀਅਨ ਐਕਟ ਆਫ 1935 remaining the member of riots and violence what was ripping the nation apart. Many members had repeatedly stated that the power of the center
had to be greatly strengthened in able to stop communal frenzy। ठीक है जी। मच स्ट्रोंगर सेंटर एक्ट 1935 ਵਿੱਚ ਐਕਟ ਪਾਸ ਹੋਇਆ ਸੀਗਾ, ਜਿਹਦੇ ਵਿੱਚ ਸੈਂਟਰ ਪਾਵਰ ਥੋੜ੍ਹੀ ਘਟਾ ਦਿੱਤੀ ਗਈ ਸੀਗੀ। ਔਰ ਕਹਿੰਦੇ ਕਿ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਦੰਗੇ ਫਸਾਦ ਵੀ ਕਾਫੀ ਹੋਏ ਸੀਗੇ ਉਸ ਸਮੇਂ, ਜਿਹੜੀ ਦੰਗੇ ਹੋਏ ਸੀਗੇ ਜਿਹਨੂੰ ਕਿ ਸੈਂਟਰ ਵੀ ਨਹੀਂ ਰੋਕ ਸਕੀ। ਸਾਨੂੰ ਕਹਿੰਦੇ ਕਿ ਉਸ ਚੀਜ਼ਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ। ਰਿਐਕਟਿੰਗ ਦਾ ਡਿਮਾਂਡ ਆਫ ਗਿਵਿੰਗ ਪਾਵਰ ਪ੍ਰੋਵੀਜ਼ਨ, ਗੋਪਾਲ ਸਵਾਮੀ ਅਯਨ declared that the center should be made as strong as possible. One member from the unit provision, Balakrishnan Sharma, reasoned length that only strong center could plan the well-being of country mobilize. ਗੋਪਾਲ ਸਵਾਮੀ ਅਯਰ ਨੇ ਡਿਕਲੇਅਰ ਕੀਤਾ ਕਿ ਸੈਂਟਰ ਜਿਹੜਾ ਸਟਰੋਂਗ ਹੋਣਾ ਪੋਸੀਬਲ ਆ, ਔਰ ਮੈਨ ਮੈਂਬਰ ਯੂਨਾਈਟਿਡ ਪ੍ਰੋਵੀਜ਼ਨ ਬਾਲਾਕ੍ਰਿਸ਼ਨ ਸ਼ਰਮਾ ਯੂਨਾਈਟਿਡ ਪ੍ਰੋਵੀਜ਼ਨ ਦਾ ਸਟਰੋਂਗ ਹੋਣਾ ਮੰਨਦੇ ਸੀਗੇ। Before partition, Congress had agreed that considerable autonomy the provisions. This had been part of what assures the Muslim League that with the provision where the Muslim League came to power, the center would not interfere. After partition, most nationalists charged the position because they felt in the earlier political pressure and decentralized structure were no longer there. ਕਹਿੰਦੇ ਪਾਰਟੀਸ਼ਨ ਤੋਂ ਬਾਅਦ ਕਾਂਗਰਸ ਨੇ ਵੀ ਇੱਕ ਆਪਣਾ ਵਿਚਾਰ ਦਿੱਤੇ ਸੀਗੇ ਔਰ ਮੁਸਲਿਮ ਲੀਗ ਨੂੰ ਕਿਹਾ ਸੀਗਾ ਕਿ ਤੁਸੀਂ ਪ੍ਰੋਵੀਜ਼ਨ ਦੇ ਵਿੱਚ ਇਲੈਕਸ਼ਨ ਲੜ ਲਓ, ਉਸ ਪ੍ਰੋਵੀਜ਼ਨ ਦੇ ਵਿੱਚ ਅਸੀਂ ਇੰਟਰਫੇਅਰ ਨਹੀਂ ਕਰਾਂਗੇ। ਪਰ ਆਫਟਰ ਪਾਰਟੀਸ਼ਨ ਨੈਸ਼ਨਲਿਸਟ ਲੀਡਰ ਜਿਹੜੇ ਸੀਗੇ ਚੇਂਜ ਦਾ ਪੋਜੀਸ਼ਨ, ਹਰ ਇੱਕ ਚੀਜ਼ ਜਿਹੜੀ ਸਥਿਤੀ ਜਿਹੜੀ ਕਹਿ ਸਕਦੇ ਹਾਂ ਕਿ ਬਦਲ ਗਈ ਸੀਗੀ, ਬਦਲਾਵ ਆ ਗਿਆ ਸੀਗਾ। ਔਰ ਪੋਲੀਟੀਕਲ ਪ੍ਰੈਸ਼ਰ ਕੀ ਸੀਗਾ, ਡੀਸੈਂਟਰਲਾਈਜ਼ ਸਟਰਕਚਰ no longer ਡੀਸੈਂਟਰਲਾਈਜ਼ ਜਿਹੜੀ ਸੈਂਟਰ ਕੋਲ ਪਾਵਰ ਨਾ ਹੋਈ ਅਤੇ ਸਟਰਕਚਰ ਜਿਹੜਾ ਆ ਗਵਰਨਮੈਂਟ ਸਟਰਕਚਰ ਜਿਹੜਾ ਜ਼ਿਆਦਾ ਚਿਰ ਨਹੀਂ ਚੱਲੂਗਾ। there was already united system in the place imposed by the colonial government. The violence of the times gave the further push into centralizations. Now since the necessary both postal choice in planning the country economic development, constitution thus showed based towards the rights of union of Indian over those the constitution states। ਠੀਕ ਹੈ ਜੀ। ਬਾਅਦ ਵਿੱਚ ਕੀ ਸੀਗਾ ਕਿ ਕੁਝ ਪਾਵਰ ਜਿਹੜੀਆਂ ਸੈਂਟਰ ਨੂੰ ਦੇ ਦਿੱਤੀਆਂ ਗਈਆਂ, ਕੁਝ ਜਿਹੜੀਆਂ ਸੀਗੀਆਂ ਉਹ ਸਟੇਟ ਨੂੰ ਦੇ ਦਿੱਤੀਆਂ ਗਈਆਂ।